ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸਟੂਡੈਂਟਸ ਦੇ ਲਈ ਇੱਕ ਵਾਰ ਫਿਰ ਤੋਂ ਸ਼ੋਅ ਲੈ ਕੇ ਹਾਜ਼ਰ ਹੋ ਗਿਆ ਜੀ। ਬਹੁਤ ਸਾਰੀ ਡਾਊਟਸ ਮਨ ਦੇ ਵਿੱਚ ਰਹਿੰਦੇ ਹੈਗੇ ਨੇ। ਅਸੀਂ ਵੀਜ਼ਾ ਅਪਲਾਈ ਤਾਂ ਕਰਨਾ ਹੈਗਾ ਹੈ, ਪਰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ, ਕਿਹੜਾ ਕੰਸਲਟੈਂਟ ਚੂਜ਼ ਕਰਨਾ ਹੈ, ਉਸ ਨੂੰ ਲੈ ਕੇ ਵੀ ਜਵਾਬ ਤੁਹਾਨੂੰ ਇਸ ਸ਼ੋਅ ਦੇ ਵਿੱਚ ਮਿਲਦੇ ਨੇ। ਨਾਲ ਦੀ ਨਾਲ ਅੱਜ ਇੱਕ ਵਾਰ ਫਿਰ ਤੋਂ ਅਸੀਂ ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਰਵੀ ਗਰਗ ਜੀ ਨੂੰ ਇਨਵਾਈਟ ਕੀਤਾ ਹੈ ਤੇ ਪਾਇਨੀਅਰ ਇਮੀਗ੍ਰੇਸ਼ਨ ਸਿਰਫ ਸਟੂਡੈਂਟਸ ਦੇ ਲਈ ਹੀ ਡੀਲ ਨਹੀਂ ਕਰਦਾ, ਬਲਕਿ ਹੋਰ ਵੀ ਬਹੁਤ ਸਾਰੀ ਕੈਟਾਗਰੀਜ਼ ਹੁੰਦੀਆਂ ਨੇ। ਉਹਨਾਂ ਨੂੰ ਲੈ ਕੇ ਵੀ ਮੈਂ ਅੱਜ ਗੱਲ ਕਰਨ ਵਾਲੀ ਹਾਂ। ਸਟੂਡੈਂਟ ਤਾਂ ਸਾਡਾ ਸ਼ੋਅ ਦੇਖਣ ਹੀ ਦੇਖਣਾ, ਉਸ ਤੋਂ ਇਲਾਵਾ ਹੋਰ ਕਿਸੇ ਕੈਟਾਗਰੀ ਦੇ ਵਿੱਚ ਜੇ ਕੋਈ ਜਾਣਾ ਚਾਹੁੰਦਾ, ਲਾਈਕ ਸਪਾਊਸ ਜਿਹੜਾ ਹੈਗਾ, ਸਪਾਊਸ ਵੀਜ਼ਾ ਨਹੀਂ ਲੱਗ ਰਹੇ ਬੱਚਿਆਂ ਨੂੰ, ਇਹ ਹੈਗਾ ਹੈ ਕਿ ਬਹੁਤ ਲੰਬਾ ਪ੍ਰੋਸੀਜਰ ਟਾਈਮ ਹੋ ਗਿਆ, ਉਸ ਨੂੰ ਲੈ ਕੇ ਵੀ ਗੱਲ ਕਰਾਂਗੇ ਕਿ ਕਦੋਂ ਜਿਹੜਾ ਤੁਸੀਂ ਅਪਲਾਈ ਕਰਨਾ, ਕਿਹੜੇ ਡਾਕੂਮੈਂਟਸ ਦੇ ਨਾਲ ਕਰਨਾ। ਇਸ ਤੋਂ ਇਲਾਵਾ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, PR, ਹਰ ਤਰ੍ਹਾਂ ਦੀ ਗੱਲ ਜਿਹੜੀ ਹੋਣ ਵਾਲੀ ਹੈ। ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਰਵੀ ਗਰਗ ਜੀ, ਇੱਕ ਵਾਰ ਫਿਰ ਤੋਂ ਸਰ ਨਾਲ ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋ। ਰਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ-ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਜੀ, ਸਟੂਡੈਂਟਸ ਪਤਾ ਹੀ ਹੈ ਤੁਹਾਨੂੰ, ਆਲਰੇਡੀ ਪਤਾ ਹੈ, ਪਰ ਬਹੁਤ ਸਾਰੀ ਨਵੀਂ ਆਡੀਅנס ਸਾਡੇ ਨਾਲ ਜੁੜ ਜਾਂਦੀ ਹੈ। ਉਹਨਾਂ ਦੇ ਲਈ ਮੈਂ ਦੱਸ ਦਿੰਦੀ ਹਾਂ ਕਿ ਬਹੁਤ ਲੰਬਾ ਪੀਰੀਅਡ ਹੋ ਗਿਆ, ਬਹੁਤ ਸਾਲ ਹੋ ਗਏ ਨੇ ਪਾਇਨੀਅਰ ਇਮੀਗ੍ਰੇਸ਼ਨ ਨੂੰ। ਆਲਮੋਸਟ ਹਜ਼ਾਰਾਂ ਸਟੂਡੈਂਟਸ ਆਪਣੀ ਡ੍ਰੀਮ ਡੈਸਟੀਨੇਸ਼ਨਸ ਤੇ ਪਹੁੰਚ ਚੁੱਕੇ ਰਮਨ ਹੈਗੇ ਜੀ ਨੇ 2003 ਤੋਂ 2003 ਤੋਂ। ਬਿਲਕੁਲ, ਹਮ, ਬਹੁਤ ਵਨ ਆਫ ਦੀ 올ਡ ਕੰਪਨੀਜ਼ ਦੀ ਜੇਕਰ ਮੈਂ ਗੱਲ ਕਰਾਂ ਤੇ ਤੁਹਾਡੀ ਕੰਪਨੀ ਟੌਪ ਤੇ ਆਉਂਦੀ ਹੈ ਨਾ ਬਿਲਕੁਲ। ਔਰ 2003 ਤੋਂ, ਹੈ ਰਮਨ ਜੀ, ਨਾ। ਇੱਕ ਚੰਗੀ ਗੱਲ ਸਾਡੇ ਵਾਸਤੇ ਫਖਰ ਦੀ ਗੱਲ ਹੈਗੀ ਆ। ਬੜੇ ਸਾਰੇ ਕਲਾਇੰਟਸ, ਅਸੀਂ ਨਹੀਂ ਆਪਣੀਆਂ ਗੱਲਾਂ ਜ਼ਿਆਦਾ ਕਰਦੇ, ਲੋਕੀ ਆ ਕੇ ਗੱਲਾਂ ਕਰਦੇ ਮੇਰੇ ਜੀ ਉਦੋਂ 10 ਸਾਲ ਪਹਿਲਾਂ ਵੀਜ਼ਾ ਲੱਗਿਆ ਸੀ, 15 ਸਾਲ 12 ਸਾਲ, ਹਾਂ ਹਾਂ ਉਹਦਾ ਐਵੇਂ ਫਾਇਦਾ ਹੋਇਆ ਸੀ, ਉਹਦਾ ਇਹ ਫਾਇਦਾ ਹੋਇਆ ਸੀਗਾ, ਉਹਨੂੰ ਘੱਟ ਫੀਸ ਲੱਗੀ ਸੀਗੀ। ਇੱਦਾਂ ਬੜੇ ਆਪਣੇ ਆਪਣੇ ਬੈਨੀਫਿਟਸ ਦੱਸਦੇ ਨੇ, ਲੇਕਿਨ ਖਾਸ ਤੌਰ 'ਤੇ ਇਹ ਗੱਲ ਕਰਦੇ ਨੇ ਕਿ ਜੀ ਇਹ ਜਿਹੜੀ ਗੜਬੜ ਵਾਲਾ ਕੰਮ ਹੈ, ਠੱਗੀ, ਝੂਠ ਫਰੇਬ, ਡਰਾਮਾ ਜਿਹੜਾ ਹੈ, ਉਹ ਜ਼ਿਆਦਾ ਦੇਰ ਨਹੀਂ ਚੱਲਦਾ। ਔਰ ਅਗਰ ਕੋਈ ਕੰਪਨੀ ਇੰਨੇ ਲੰਬੇ ਸਾਲ ਤੋਂ ਇੱਕ ਵੀ ਕੋਈ ਤਕਲੀਫ ਵਾਲੀ ਗੱਲ ਨਹੀਂ, ਔਰ ਇੰਨੇ ਲੰਬੇ ਸਾਲਾਂ ਤੋਂ ਜਿਹਨੂੰ ਕਹਿੰਦੇ ਬੇਦਾਗ ਸਰਵਿਸਿਜ਼, ਜੈਨੂਅਨ ਓਨੈਸਟ ਸਰਵਿਸਿਜ਼, ਔਰ ਬੜਾ ਨਾਮ ਹਾਈਲੀ ਰਿਪਿਊਟਡ ਹੈਗੀ ਹੈ ਮਾਰਕੀਟ ਦੇ ਵਿੱਚ, ਜਾਂ ਇਸ ਟਾਈਮ ਸਰਵਿਸਿਜ਼ ਦੇ ਰਹੀ ਹੈਗੀ ਹੈ, ਦੈਟ ਮੀਨਸ ਕਿ ਉੱਥੇ ਕੋਈ ਸਾਨੂੰ ਘਬਰਾਉਣ ਦੀ, ਚਿੰਤਾ ਕਰਨ ਦੀ, ਡਰ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਆਪਣਾ ਕੰਮ ਕਰਵਾ ਸਕਦੇ ਨੇ। ਬਿਲਕੁਲ ਜੀ, ਬਿਲਕੁਲ, ਕਿਉਂਕਿ ਇੰਨਾ ਲੰਬਾ ਟਾਈਮ, ਆਲਮੋਸਟ 20 ਇਅਰਸ ਹੋਣ ਵਾਲੇ ਬਿਲਕੁਲ ਹੈਗੇ ਆਲਮੋਸਟ। ਨੇ। ਤੇ ਉਹੀ ਕਰ ਸਕਦਾ ਜੋ ਓਨੈਸਟੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ ਕੰਮ ਕਰਦਾ ਹੋਏ। ਇੱਕ ਅੱਛਾ ਸਟੂਡੈਂਟ ਜਿਹੜਾ ਹੈਗਾ ਆ, ਹਮੇਸ਼ਾ ਸਰ ਮੈਂ ਦੇਖਿਆ ਹੈਗਾ ਕਿ ਆਲਮੋਸਟ ਕਈ ਹੁੰਦਾ ਇਹ ਨੇ ਕਿ ਠੀਕ ਹੈ ਅਸੀਂ ਫਾਈਲਾਂ ਇਕੱਠੀਆਂ ਕਰ ਲਈਏ, ਨਹੀਂ ਵੀ ਵੀਜ਼ਾ ਆਉਣਾ ਤਾਂ ਵੀ ਬੱਚੇ ਨੂੰ ਕਿਹਾ ਜਾਂਦਾ ਅਸੀਂ ਤੁਹਾਡਾ ਵੀਜ਼ਾ ਲਗਵਾ ਦਾਂਗੇ, ਸੋ 50,000 ਲੱਖ 1.5 ਲੱਖ ਜੋ ਵੀ ਬਿਲਕੁਲ ਆਂਦਾ ਪਾਕਟ ਦੇ ਵਿੱਚ ਅਸੀਂ ਪਾ ਲਈਏ। ਪਰ ਤੁਸੀਂ ਹਮੇਸ਼ਾ ਸ਼ੋਜ਼ ਦੇ ਜ਼ਰੀਏ ਵੀ ਜਿਨ੍ਹਾਂ ਦਾ ਨਹੀਂ ਆਉਣਾ ਡਾਇਰੈਕਟ ਮਨਾ ਕੀਤਾ ਕਿ ਨਹੀਂ ਤੁਹਾਡਾ ਵੀਜ਼ਾ ਨਹੀਂ ਆਏਗਾ, ਬਿਲਕੁਲ ਤੁਸੀਂ ਬਿਲਕੁਲ। ਅਪਲਾਈ ਨਾ ਜਿਸ ਕਰ ਸਕਦੇ ਹੋ, ਤਰ੍ਹਾਂ ਹੈ ਨਾ। ਰਮਨ ਜੀ, ਇਸ ਵਕਤ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਰੋਨਾ ਦਾ ਟਾਈਮ ਚੱਲਦਾ ਪਿਆ ਹੈਗਾ, ਹੂੰ ਅਸੈਂਸ਼ੀਅਲ ਟਰੈਵਲ ਜਿਹਨੂੰ ਕਹਿੰਦੇ ਹੈਗੇ, ਜ਼ਰੂਰੀ ਟਰੈਵਲ, ਜਿਹਨਾਂ ਦਾ ਕੋਈ ਬੱਚੇ ਉੱਥੇ ਰਹਿੰਦੇ ਹਨ, ਜ਼ਰੂਰੀ ਕੋਈ ਫੈਮਿਲੀ ਮੈਂਬਰ, ਮਤਲਬ ਕਿ ਭੈਣ ਹੂੰ ਭਰਾ, ਹੂੰ ਪੇਰੈਂਟਸ, ਗ੍ਰੈਂਡ ਪੇਰੈਂਟਸ ਰਹਿੰਦੇ ਪਏ ਨੇ, ਕੁਝ ਸੁੱਖ ਦੁੱਖ ਦੀ ਗੱਲ ਹੋ ਗਈ ਹੈਗੀ ਹੈ ਅਤੇ ਟਰੈਵਲ ਕਰਨਾ ਹੈਗਾ, ਅਤੇ ਇਸ ਦੇ ਪਰਪਜ਼ ਵਾਸਤੇ ਵਿਜ਼ਟਰ ਵੀਜ਼ਾ ਲਵਾਉਣਾ ਜਾਇਜ਼ ਹੈਗਾ। ਹੂੰ ਘੁੰਮਣ ਫਿਰਨ ਵਾਸਤੇ ਹੋਟਲ ਦੀ ਬੁਕਿੰਗ ਕਰਕੇ ਆਪਾਂ ਕਹੀਏ ਜੀ ਹੋਟਲ ਦੇ ਵਿੱਚ ਕਮਰਾ ਬੁੱਕ ਕਰਾ ਲਿਆ, ਕੈਨੇਡਾ ਦਾ ਗੇੜਾ ਲਾ ਕੇ ਆਉਣ ਦਾ ਮਤਲਬ ਕਿ ਘੁੰਮਣ ਫਿਰਨ ਜਾਣਾ ਹੈਗਾ, ਹੂੰ ਉਹ 10 ਵਿੱਚੋਂ ਇੱਕ ਹੱਦ 2 ਵੀਜ਼ਾ ਲੱਗਣਗੇ, ਜ਼ਿਆਦਾ ਰਿਫਿਊਜ਼ ਹੋਣਗੇ। ਅਸੀਂ ਅੱਛਾ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ, ਦਾ ਮਤਲਬ ਅਸੀਂ ਉਸ ਚੀਜ਼ ਨੂੰ ਐਡਵਾਈਜ਼ ਨਹੀਂ ਕਰਦੇ। ਔਰ ਬੈਟਰ ਹੈ ਕਿ ਨਾ ਹੀ ਇਹੋ ਜਿਹੇ ਬੰਦੇ ਜਿਹੜੇ ਇਹੋ ਜਿਹੇ ਕੇਸਿਸ ਲਾਉਣ, ਹਾਲੇ ਹੂੰ ਵੇਟ ਹੂੰ ਕਰ ਲੈਣ ਜਦੋਂ ਕਰੋਨਾ ਖ਼ਤਮ ਬਿਲਕੁਲ ਹੋ ਜੇ, ਉਸ ਤੋਂ ਬਾਅਦ ਵੀ ਇਸ ਦਾ ਕੋਈ ਜ਼ਿਆਦਾ ਸਕਸੈਸ ਰੇਟ ਨਹੀਂ ਹੈਗਾ। 3 ਲੱਗ ਜਾਣਗੇ 10 ਵਿੱਚੋਂ ਜ਼ਿਆਦਾ ਤੋਂ ਜ਼ਿਆਦਾ, ਹੂੰ ਬਟ ਕਾਫੀ ਰਿਸਕ ਵਾਲਾ ਜਿਹੜਾ ਹੈਗਾ। ਬਟ ਆਫ ਕੋਰਸ ਜਿਨ੍ਹਾਂ ਦੇ ਬੱਚੇ ਉੱਥੇ ਹੈਗੇ ਨੇ, ਹੂੰ ਪੇਰੈਂਟਸ ਨੇ ਜਿਹੜੇ, ਹੂੰ ਉਹਨਾਂ ਨੂੰ ਤਾਂ ਇਮੀਡੀਏਟਲੀ ਜਿੱਦਾਂ ਹੀ ਬੱਚੇ ਦਾ ਵੀਜ਼ਾ ਲੱਗੇ, ਸਟੱਡੀ ਵੀਜ਼ਾ ਹੈਗਾ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ, ਜਿਹਨੂੰ ਐਜ਼ ਸੂਨ ਐਜ਼ ਪੋਸੀਬਲ ਲਗਵਾ ਲੈਣਾ ਚਾਹੀਦਾ ਵਿਜ਼ਟਰ ਵੀਜ਼ਾ, ਕਿਉਂਕਿ ਰੱਬ ਨਾ ਕਰੇ ਉੱਥੇ ਬੱਚੇ ਨੂੰ ਕੋਈ ਤਕਲੀਫ ਹੈ, ਬਿਮਾਰ ਸ਼ਮਾਰ ਹੈ, ਅਤੇ ਆਪਣੇ ਕੋਲ ਵੀਜ਼ਾ ਹੋਵੇ ਤਾਂ ਇਮੀਡੀਏਟਲੀ ਫਟਾਫਟ ਟਿਕਟ ਲਈ ਔਰ ਪਹੁੰਚ ਗਏ। ਅਦਰਵਾਈਜ਼ ਫਿਰ ਜੇ ਵੀਜ਼ਾ ਫਿਰ ਕੋਈ ਤਕਲੀਫ, ਕਿਉਂਕਿ ਸਾਡੇ ਕੋਲ ਹੁੰਦੇ ਨੇ ਇਸ ਤਰ੍ਹਾਂ ਦੇ ਕੋਈ ਕੇਸ ਆਉਂਦੇ ਨੇ, ਉੱਥੇ ਬੱਚੇ ਨੂੰ ਤਕਲੀਫ ਹੈ, ਬੱਚਾ ਕਹਿੰਦਾ ਪੇਰੈਂਟਸ ਨੂੰ ਮਿਲਣਾ ਚਾਹੁੰਦਾ ਹੈ, ਜਾਂ ਬੱਚਿਆਂ ਨੂੰ, ਪੇਰੈਂਟਸ ਨੂੰ ਚਿੰਤਾ ਹੈਗੀ ਹੈ ਕਿ ਹੂੰ ਬੱਚੇ ਕੋਲ ਜਾਣਾ, ਫਿਰ ਇਹ ਮਨ 'ਚ ਆਇਆ ਕਿ ਹੁਣ ਵੀਜ਼ਾ ਲਵਾਈਏ, ਫਿਰ ਵੀਜ਼ਾ ਲਗਵਾਉਣੀ ਮਹੀਨਾ 2 ਮਹੀਨੇ 3 ਮਹੀਨੇ ਹੂੰ ਲੱਗ ਜਾਂਦੇ ਨੇ ਆਮ ਤੌਰ 'ਤੇ, ਔਰ ਦੈਨ ਇਟ ਇਜ਼ ਟੂ ਲੇਟ। ਸੋ ਟੇਕ ਬਿਲਕੁਲ ਕੇਅਰ ਆਫ ਦਿਸ। ਬਿਲਕੁਲ ਜੀ, ਬਿਲਕੁਲ। ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਿ ਸਰ CICC ਮੈਂਬਰ ਵੀ ਹੈਗੇ ਨੇ। ਸੋ ਜੀ CICC ਦੀ ਵੀਡੀਓ ਜਿਹੜੀ ਹੈਗੀ ਉਹ ਸਾਡੇ ਵਿਊਅਰਸ ਵਾਸਤੇ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਵੀ ਕੈਟਾਗਰੀ ਦੇ ਵਿੱਚ ਜਾਣਾ ਹੈ, ਕੈਨੇਡਾ ਅਪਲਾਈ ਕਰਨਾ ਹੈਗਾ, ਤੇ ਇਹ ਦੇਖੋ ਕਿ ਜਿਨ੍ਹਾਂ ਦੇ ਥਰੂ ਅਸੀਂ ਅਪਲਾਈ ਕਰ ਰਹੇ ਹਾਂ ਉਹ CICC ਮੈਂਬਰ ਹੈਗੇ ਵੀ ਨੇ ਕਿ ਨਹੀਂ ਹੈਗੇ। ਹੁਣ ਇਹ CICC ਮੈਂਬਰ ਹੁੰਦੇ ਕੌਣ ਨੇ, ਇਸ ਬਾਰੇ ਇੱਕ ਵੀਡੀਓ ਜਿਹੜੀ ਹੈ ਉਹ ਬਣਾਈ ਗਈ ਹੈ। ਉਹ ਵੀਡੀਓ ਧਿਆਨ ਦੇ ਨਾਲ ਸੁਣੋ, ਉਸ ਤੋਂ ਬਾਅਦ ਬਾਕੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤਾਇਆ ਸਤਿ ਸ਼੍ਰੀ ਅਕਾਲ। ਹੋਰ ਚਾਚਾ ਕੀ ਹਾਲ ਚਾਲ ਹੈ?
ਕੀ ਗੱਲ ਚਾਚਾ, ਤੁਸੀਂ ਸਾਰੇ ਉਦਾਸ ਬੈਠੇ ਹੋ? ਕੀ ਦੱਸਾਂ, ਤਜਿੰਦਰ ਦਾ ਏਜੰਟ ਪੈਸੇ ਲੈ ਕੇ ਭੱਜ ਗਿਆ। ਪਰ ਤਜਿੰਦਰ ਤਾਂ ਪੜ੍ਹਿਆ ਲਿਖਿਆ ਮੁੰਡਾ ਹੈ, ਉਹ ਤੋਂ ਇਹ ਗਲਤੀ ਕਿੱਦਾਂ ਹੋ ਗਈ? ਸਾਨੂੰ ਕੀ ਪਤਾ ਪੁੱਤ, ਹੂੰ ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਹੂੰ ਉਹ ਵੀ ਤਾਂ ਕੱਲ ਦਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਹੂੰ ਤੂੰ ਤਜਿੰਦਰ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖ। ਕੋਈ ਨਾ ਚਾਚਾ, ਮੈਂ ਕਰਦਾ ਗੱਲ ਤਜਿੰਦਰ ਨਾਲ। ਠੀਕ ਹੈ ਪੁੱਤ। ਯਾਰ ਤੂੰ ਤੇ ਪੜ੍ਹਿਆ ਲਿਖਿਆ ਸੀ, ਤੂੰ ਕਿੱਦਾਂ ਫਸ ਗਿਆ? ਭਾਈ ਇੱਥੇ ਪੜ੍ਹੇ ਲਿਖੇ ਬੰਦੇ ਵੀ ਫਰਾਡ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ। ਮੈਨੂੰ ਕਹਿੰਦਾ ਸੀ ਤੇਰਾ ਵਰਕ ਪਰਮਿਟ ਆ ਗਿਆ, ਪੈਸੇ ਜਮ੍ਹਾਂ ਕਰਾ ਦਿਓ। ਸਭ ਝੂਠ, ਫੇਕ ਵੀਜ਼ਾ ਸੀ ਬਾਈ। ਬਾਪੂ ਨੇ ਪਹਿਲੀ ਵੇਚ ਕੇ ਪੈਸੇ ਦਿੱਤੇ ਸੀ ਤੇ ਮਾਤਾ ਨੇ ਮਾਂ ਨੇ ਇੰਨੀਆਂ ਆਸਾਂ ਰੱਖੀਆਂ ਕਿ ਮੇਰਾ ਪੁੱਤ ਬਾਹਰ ਜਾਊਗਾ, ਪਰ ਏਦਾਂ ਕੁਝ ਹੋ ਨਾ ਸਕਿਆ ਬਈ। ਯਾਰ ਤੈਨੂੰ ਇੱਕ ਗੱਲ ਪੁੱਛਾਂ, ਤੈਨੂੰ CICC ਦੇ ਐਪ ਬਾਰੇ ਨਹੀਂ ਸੀ ਪਤਾ? ਇਹ ਕਿਹੜੀ ਐਪ ਆ ਬਾਈ? ਬਾਈ CICC ਦਾ ਮਤਲਬ ਦਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਲੱਭ ਸਕਦੇ ਹੋ। ਇਸ ਦਾ ਮਤਲਬ RCIC ਤੇ RCIC ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਾਇਸੈਂਸ ਦਿੱਤਾ ਗਿਆ, ਜਿਹੜਾ ਕਿ ਤੁਹਾਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਤੁਸੀਂ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੇ, ਜਿਸ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪ ਤੇ ਆਪਣਿਆਂ ਨੂੰ ਠੱਗਬਾਜ਼ੀ ਤੋਂ ਬਚਾ ਸਕਦੇ ਹੋ। ਲੈ ਬਈ, ਜੇ ਇਸ ਐਪ ਬਾਰੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰੇ ਪੈਸਾ ਤੇ ਟਾਈਮ ਦੋਨੋਂ ਬਚ ਜਾਂਦੇ। ਹੁਣ ਤੇ ਮੈਂ ਇਹੀ ਕਹੂੰਗਾ CICC ਐਪ ਹੀ ਡਾਊਨਲੋਡ ਕੀਤੀ ਜਾਵੇ। ਸੋ ਜੀ ਹੁਣ ਸਰ ਆ ਜਾਂਦੇ ਆ ਕਿ ਲਾਈਕ ਤੁਸੀਂ ਕਿਹਾ ਕਿ ਵਿਜ਼ਿਟਰ ਵੀਜ਼ਾ ਖਾਸ ਕਰਕੇ ਜਿਨ੍ਹਾਂ ਦਾ ਕੋਈ ਰਿਲੇਟਿਵ ਉੱਥੇ ਹੈਗਾ ਆ, ਉਹ ਅਪਲਾਈ ਕਰ ਸਕਦੇ ਨੇ, ਈਜ਼ੀਲੀ ਆ ਰਹੇ ਨੇ। ਮੈਂ ਸ਼ੁਰੂਆਤ ਹੁਣ ਸੁਪਰ ਵੀਜ਼ਾ ਤੋਂ ਕਰਾਂਗੀ। ਸੁਪਰ ਵੀਜ਼ਾ ਕੀ ਹੁੰਦਾ ਹੈ, ਕਿਹਨਾਂ ਦਾ ਲੱਗ ਸਕਦਾ ਹੈ, ਕਿਹੜੇ ਪ੍ਰੋਫਾਈਲ ਮੈਚ ਕਰਨਗੇ, ਕੀ ਡਾਕੂਮੈਂਟਸ ਚਾਹੀਦੇ ਹੋਣਗੇ, ਕੀ ਪ੍ਰੋਸੀਜਰ ਰਹੇਗਾ? ਬਿਲਕੁਲ ਰਮਨ ਜੀ, ਦੇਖੋ ਵਿਜ਼ਟਰ ਵੀਜ਼ਾ ਔਰ ਸੁਪਰ ਵੀਜ਼ਾ ਇਹ ਆਲਮੋਸਟ ਸੇਮ ਚੀਜ਼ ਹੈਗੀ ਆ, ਲੇਕਿਨ ਸੁਪਰ ਵੀਜ਼ਾ ਜਿਹੜਾ ਹੈਗਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਸਤੇ ਹੈਗਾ ਸਿਰਫ, ਤੇ ਉੱਥੇ ਜਿਹੜੇ PR ਜਾਂ ਸਿਟੀਜ਼ਨ ਨੇ ਉਹ ਅਪਲਾਈ ਉਹ ਕਰ ਸਕਦੇ ਨੇ, ਸਪਾਂਸਰ ਕਰ ਸਕਦੇ ਨੇ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ। ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਤਾਂ ਨੈਚੁਰਲੀ PR ਜਾਂ ਸਿਟੀਜ਼ਨ ਅਪਲਾਈ ਕਰਨਗੇ, ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਵਾਲੇ ਬੰਦੇ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਵਾਸਤੇ ਨਹੀਂ ਅਪਲਾਈ ਕਰ ਸਕਦੇ। ਦੂਸਰਾ ਕੀ ਹੈਗਾ ਕਿ ਉੱਥੇ ਜਿਹੜਾ ਸਪਾਂਸਰ ਕਰੇਗਾ ਆਪਣੇ ਸਪਾਊਸ ਦੀ ਇਨਕਮ ਨੂੰ ਕਲੱਬ ਕਰ ਸਕਦਾ ਹੈਗਾ, ਚਾਹੇ ਉਹ PR ਹੈ ਚਾਹੇ ਸਿਟੀਜ਼ਨ ਹੈ। ਹਸਬੈਂਡ ਵਾਈਫ ਦੀ ਮਿਲ ਕੇ ਇੱਕ ਉੱਥੇ ਜਿਹੜਾ ਲਾਈਕੋ ਇੰਟਰਨੈਟ 'ਤੇ ਮਿਲ ਜਾਏਗਾ, ਲਾਈਕੋ ਦਾ ਮਤਲਬ ਲੋ ਇਨਕਮ ਕੱਟ ਆਫ ਜਿਹੜਾ ਹੈਗਾ ਟੇਬਲ ਹੈਗਾ, ਤੇ ਹਰ ਸਾਲ ਸਟੈਟਿਸਟਿਕਸ ਕੈਨੇਡਾ ਜਿਹੜੀ ਹੈਗੀ ਹੈ ਉਹ ਇੱਕ ਡਿਪਾਰਟਮੈਂਟ ਉਹ ਇੱਕ ਲਾਈਕੋ ਇੱਕ ਟੇਬਲ ਬਣਾਉਂਦਾ ਹੈ। ਟੇਬਲ ਦੇ ਵਿੱਚ ਕੀ ਲਿਖਿਆ ਹੈਗਾ ਕਿ ਇੰਨੇ ਬੰਦਿਆਂ ਵਾਸਤੇ ਇੰਨੀ ਇਨਕਮ ਜ਼ਰੂਰੀ ਹੈ, ਇੰਨੇ ਬੰਦਿਆਂ ਵਾਸਤੇ ਇਨਕਮ ਰੋਟੀ ਪਾਣੀ ਮਤਲਬ ਗੁਜ਼ਾਰੇ ਵਾਸਤੇ ਇੰਨੀ ਇਨਕਮ ਜ਼ਰੂਰੀ ਹੈ, ਇੰਨੇ ਬੰਦਿਆਂ ਵਾਸਤੇ ਇੰਨੀ। ਬੰਦੇ ਕਿੱਦਾਂ ਕੀ ਮਤਲਬ ਕਿ ਉੱਥੇ ਜਿਹੜੇ ਇਨਵਾਈਟਰ ਦਾ ਮਤਲਬ ਇਹ ਕਿ ਸਪਾਂਸਰ, ਮੰਨ ਲਓ ਹਸਬੈਂਡ ਵਾਈਫ ਨੇ, ਹਾਲੇ ਬੱਚਾ ਨਹੀਂ ਹੈਗਾ, ਤੇ ਦੋ ਉਹ ਹੋ ਗਏ, ਤੇ ਇੱਧਰੋਂ ਪੇਰੈਂਟਸ ਨੂੰ ਬੁਲਾ ਰਹੇ ਨੇ ਸੁਪਰ ਵੀਜ਼ਾ ਤੇ ਮੰਮੀ ਡੈਡੀ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ, ਜਿਸ ਨੂੰ ਵੀ ਬੁਲਾਉਣਗੇ ਉਹ ਐਡ ਹੋ ਜਾਣਗੇ। ਦੋ ਹਸਬੈਂਡ ਵਾਈਫ ਉਹ, ਦੋ ਇਹ, 4 ਮੈਂਬਰ ਹੋ ਗਏ। ਜਦੋਂ ਇਹ ਉੱਥੋਂ ਜਾਣਗੇ ਤਾਂ ਫੈਮਿਲੀ 'ਚ 4 ਮੈਂਬਰ ਹੋਣਗੇ, ਤੇ ਇਹ 4 ਪਰਸਨਸ ਦੇ ਵਾਸਤੇ ਕਿੰਨੀ ਇਨਕਮ ਜ਼ਰੂਰੀ ਹੈਗੀ ਆ ਉਹ ਆਪਾਂ ਲਾਈਕੋ ਦੇ ਵਿੱਚੋਂ ਚੱਕ ਲਾਂਗੇ, ਔਰ ਉਨੀ ਇਨਕਮ ਸਪਾਂਸਰ ਦੀ ਸਪਾਊਸ ਦੇ ਨਾਲ ਮਿਲਾ ਕੇ ਟੋਟਲ ਹੋਣੀ ਚਾਹੀਦੀ, ਤਾਂ ਐਲੀਜੀਬਿਲਟੀ ਬਣੇਗੀ। ਅੱਛਾ, ਸੋ ਨੰਬਰ 1 ਇਹ ਚੀਜ਼ ਹੋਗੀ। ਦੂਸਰਾ $1 ਲੱਖ ਦੀ ਜਿਹੜੀ ਹੈਗੀ ਆ ਉਹ ਜਿਹੜੀ ਹੈ ਮੈਡੀਕਲ ਇੰਸ਼ੋਰੈਂਸ, ਉਹ ਜ਼ਰੂਰੀ ਹੈਗੀ ਹੈ, ਹੁੰਦੀ ਹੈਗੀ 1 ਸਾਲ ਵਾਸਤੇ, ਕਿ ਪੇਰੈਂਟਸ ਜਿਹੜੇ ਇੱਥੋਂ ਜਾਣਗੇ ਉਹਨਾਂ ਦੀ। ਸੋ ਉਹਨਾਂ ਦੀ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਮੈਡੀਕਲ ਇੰਸ਼ੋਰੈਂਸ ਕਰਾਈ ਹੋਵੇ $1 ਲੱਖ ਦੀ, ਔਰ ਉਸ ਦੀ ਵੀ ਜਿਹੜੀ ਹੈ ਰਸੀਦ ਜਿਹੜੀ ਹੈਗੀ ਆ ਪ੍ਰੂਫ ਨਾਲ ਲੱਗਦਾ ਹੈਗਾ। ਸੋ ਦੋ ਚੀਜ਼ਾਂ ਇਹ ਜ਼ਰੂਰੀ ਹੁੰਦੀਆਂ, ਲੇਕਿਨ ਸੁਪਰ ਵੀਜ਼ਾ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਕਿਉਂਕਿ 2 ਸੈੱਟ ਕੰਡੀਸ਼ਨਸ ਨੇ। ਅਗਰ ਇਹ ਕੰਡੀਸ਼ਨਾਂ ਪੂਰੀਆਂ ਹੋਈਆਂ PR ਸਿਟੀਜ਼ਨ ਵਾਲੀ, ਜਿੱਦਾਂ ਮੈਡੀਕਲ ਔਰ ਇਨਕਮ ਦੀ ਕੰਡੀਸ਼ਨ ਪੂਰੀ, ਤੇ ਫਿਰ ਬਹੁਤ ਜ਼ਿਆਦਾ ਹਾਈ ਚਾਂਸਿਸ ਹੁੰਦੇ ਨੇ। ਲੇਕਿਨ ਆਲਮੋਸਟ ਵਿਜ਼ਟਰ ਵੀਜ਼ਾ ਵਾਂਗੂ ਹੀ ਹੁੰਦਾ, ਔਰ ਉਹ ਸੁਪਰ ਵੀਜ਼ਾ ਦੇ ਵਿੱਚ ਵੀ ਇਹੀ ਹੈਗਾ, ਧਿਆਨ ਦੇਣਾ ਹੈਗਾ ਕਿ ਵਿਜ਼ਟਰ ਵੀਜ਼ਾ ਵੀ ਔਰ ਸੁਪਰ ਵੀਜ਼ਾ ਵੀ
ਇਹ ਘੁੰਮਣ ਫਿਰਨ ਮਿਲਣ ਜੁਲਣ ਵਾਸਤੇ ਬਣਾਏ ਗਏ ਨੇ, ਉੱਥੇ ਜਾ ਕੇ ਕੰਮ ਕਰਨਾ ਅਲਾਉਡ ਨਹੀਂ ਹੈ। ਮੈਡੀਕਲ ਫੈਸਿਲਿਟੀ ਜਿਹੜੇ ਤੁਸੀਂ ਇੰਸ਼ੋਰੈਂਸ ਕਰਾਈ ਹੈ ਉਹ ਇੰਸ਼ੋਰੈਂਸ ਕੰਪਨੀ ਤੁਹਾਨੂੰ ਮੈਡੀਕਲ ਦੀ ਫੈਸਿਲਿਟੀ ਜਾਂ ਜਿਹੜੀ ਹੈ ਤੁਹਾਨੂੰ ਇਹ ਦੇ ਸਕਦੇ ਨੇ ਬੈਨੀਫਿਟਸ, ਬਟ ਸਰਕਾਰ ਵੱਲੋਂ ਜਿੱਦਾਂ ਹੈ ਕਿ ਮੈਡੀਕਲ ਦਾ ਕੋਈ ਹੋਰ ਜਿਹੜਾ ਹੈ ਅਦਰਵਾਈਜ਼ ਉੱਥੇ ਦੇ PR ਤੇ ਸਿਟੀਜ਼ਨ ਨੇ ਜਿਹੜੇ ਕੈਨੇਡਾ ਦੇ, ਉਹਨਾਂ ਨੂੰ ਮੈਡੀਕਲ ਆਲਮੋਸਟ ਫ੍ਰੀ ਹੈਗਾ, ਕੁਛ ਚੀਜ਼ਾਂ ਨੂੰ ਛੱਡ ਕੇ ਡੈਂਟਲ ਔਰ ਆਈ ਇਹ 2 ਚੀਜ਼ਾਂ ਦੀ ਜਿਹੜੀ ਹੈਗੀ ਹੈ ਫ੍ਰੀ ਟ੍ਰੀਟਮੈਂਟ ਨਹੀਂ ਹੈਗਾ। ਉਸ ਦੇ ਵਾਸਤੇ ਉਹਨਾਂ ਨੂੰ PR ਜਾਂ ਸਿਟੀਜ਼ਨ ਨੂੰ ਕੈਨੇਡੀਅਨ ਰੈਜ਼ੀਡੈਂਟਸ ਨੂੰ ਖਰਚੇ ਕਰਨੇ ਪੈਂਦੇ ਹੈ। ਬਾਕੀ ਸਰਜਰੀ ਹੈਗੀ ਹੈ, ਜਨਰਲ ਫਿਜ਼ੀਸ਼ੀਅਨਸ ਦੇ ਕੰਮ ਹੈਗੇ ਨੇ, ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਕੰਸਲਟੇਸ਼ਨ ਔਰ ਹਸਪੀਟਲਾਈਜੇਸ਼ਨ ਔਰ ਈਵਨ ਸਰਜਰੀਜ਼ ਇਹ ਫ੍ਰੀ ਹੈਗੇ ਨੇ। ਮੈਡੀਕਲ ਫ੍ਰੀ ਜਿਹਨੂੰ ਕਹਿੰਦੇ ਆ ਉਹ ਹੈਗਾ, ਲੇਕਿਨ ਇਹਨਾਂ ਨੂੰ ਨਹੀਂ ਹੈਗਾ, ਸੁਪਰ ਵੀਜ਼ਾ ਔਰ ਵਿਜ਼ਟਰ ਵੀਜ਼ਾ ਨੂੰ ਨਹੀਂ ਹੈਗਾ। ਔਰ ਇਹ ਸਭ ਚੀਜ਼ਾਂ ਦਾ ਖਿਆਲ ਕਰਕੇ ਔਰ ਵਿਜ਼ਟਰ ਵੀਜ਼ਾ ਔਰ ਸੁਪਰ ਵੀਜ਼ਾ ਇਹ ਘੁੰਮਣ ਫਿਰਨ ਵਾਸਤੇ, ਔਰ ਧਿਆਨ ਦੇਣਾ ਹੈਗਾ ਕਿ ਦੋਨਾਂ ਦੀ ਡਾਕੂਮੈਂਟਸ ਜਿਹੜੇ ਮੈਂ ਦੱਸੇ ਉਹ ਸੁਪਰ ਵੀਜ਼ਾ ਦੇ ਸਪੈਸ਼ਲ ਖਾਸ, ਅਦਰਵਾਈਜ਼ ਪੁਰਾਣੇ ਫੰਡਸ, ਇਨਕਮ ਔਰ ਅਗਰ ਪ੍ਰੋਪਰਟੀ ਹੈਗੀ ਹੈ ਤੇ ਉਹ ਵੀ ਪ੍ਰੋਪਰਟੀ ਦੀ ਓਨਰਸ਼ਿਪ ਦੇ ਡਾਕੂਮੈਂਟਸ ਔਰ ਉਸ ਦੀ ਇਵੈਲੂਏਸ਼ਨ ਦਾ ਮਤਲਬ ਕਿੰਨੇ ਦੀ ਵਰਥ ਹੈਗੀ, ਕਿੰਨੇ ਦੀ ਪ੍ਰਾਪਰਟੀ ਹੈਗੀ ਆ। ਇਹ ਇਵੈਲੂਏਟਰ ਜਿਹੜੇ ਹੁੰਦੇ ਨੇ, ਜਿਹੜੇ ਇਵੈਲੂਏਸ਼ਨ ਕਰਦੇ ਨੇ, ਜਿਹੜੇ ਉਹਦੀ ਵੈਲਿਊ ਲਾਉਂਦੇ ਨੇ ਵੀ ਕਿੰਨਾ ਇਹ ਜ਼ਮੀਨ ਇਹ ਮਕਾਨ ਇੰਨੇ ਕੁ ਪ੍ਰਾਈਸ ਦਾ ਹੈਗਾ ਜੀ, ਜੋ ਆਪਣੇ ਸਰਟੀਫਿਕੇਟ ਦੇ ਉੱਪਰ ਉਹ ਇਵੈਲੂਏਸ਼ਨ ਸਰਟੀਫਿਕੇਟ ਬਣਾਉਣਗੇ ਉਹ ਚਾਹੀਦਾ ਹੈਗਾ। ਫਿਰ ਉਸ ਤੋਂ ਬਾਅਦ ਜਿਹੜੀ ਬੈਂਕ ਦੇ ਵਿੱਚ ਕਿੰਨੇ ਫੰਡਸ ਨੇ, ਔਰ ਇਹ ਧਿਆਨ ਦੇਣਾ ਹੈਗਾ। ਸਾਡੇ ਕੋਲ ਅਕਸਰ ਆ ਜਾਂਦੇ ਨੇ ਜੀ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਆ ਲਾਓ ਜੀ, ਅੱਧੇ ਕਾਗਜ਼ ਲਿਆਏ ਨੇ, ਹੋਰ ਜਿੱਦਾਂ ਕਹੋਗੇ ਫੀਸ ਵੀ ਦੇਣ ਨੂੰ ਤਿਆਰ ਨੇ, ਲੇਕਿਨ ਇਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਪੁਰਾਣੇ ਫੰਡਸ ਚਾਹੀਦੇ ਹੁੰਦੇ ਨੇ। ਕਿੰਨੇ ਚਾਹੀਦੇ ਨੇ? ਕਈ ਵਾਰੀ ਘੱਟ ਪੈਸੇ ਨਾਲ 5, 7, 10, 15, 20 ਲੱਖ ਰੁਪਈਆ ਹੋਵੇ ਬੈਂਕ ਦੇ ਵਿੱਚ ਪਿਆ ਹੋਵੇ, ਚਾਹੇ ਸੇਵਿੰਗ ਵਿੱਚ ਹੋਵੇ, ਚਾਹੇ ਫਿਕਸਡ ਡਿਪੋਜ਼ਿਟ ਹੋਵੇ, ਲੇਕਿਨ ਪੁਰਾਣਾ ਹੋਵੇ। ਇਹ ਨਹੀਂ ਕਿ ਤੁਸੀਂ ਅੱਜ 5 ਲੱਖ ਰੁਪਏ ਘਰੇ ਪਏ ਸੀ ਉਹ ਜਮ੍ਹਾਂ ਕਰਾਏ ਅਕਾਊਂਟ ਦੇ ਵਿੱਚ, ਸਾਡੇ ਕੋਲ ਆ ਗਈ ਜੀ 5 ਲੱਖ ਰੁਪਏ ਅਕਾਊਂਟ 'ਚ ਪਏ ਨੇ ਹੁਣ ਤਾਂ, ਬਲਕਿ ਕਿਉਂਕਿ ਅੰਬੈਸੀ ਨੇ ਇਹ ਦੇਖਣਾ ਹੈਗਾ ਕਿ ਇਹ ਕਿਤੋਂ ਫੜ ਕੇ ਤਾਂ ਨਹੀਂ ਲੋਨ ਲੈ ਕੇ ਸਾਨੂੰ ਦਿਖਾਉਣਾ ਚਾਹੁੰਦੇ। ਅੰਬੈਸੀ ਕੀ ਦੇਖਣਾ ਚਾਹੁੰਦੀ ਹੈਗੀ, ਕਿਉਂਕਿ ਗੱਲਾਂ ਤਾਂ ਬਹੁਤ ਸਾਰੀਆਂ ਨੇ ਡਿਸਕਸ ਕਰਨ ਵਾਲੀਆਂ ਜੀ। ਅੰਬੈਸੀ ਕੀ ਦੇਖਣਾ ਚਾਹੁੰਦੀ ਹੈਗੀ ਕਿ ਕਿਆ ਇਹ ਬੰਦੇ ਖਾਂਦੇ ਪੀਂਦੇ ਘਰੋਂ ਨੇ ਔਰ ਐਸਟੈਬਲਿਸ਼ਡ ਨੇ, ਜਾਂ ਕਿ ਪੈਸੇ ਦੀ ਕਿੱਲਤ ਦਾ ਮਤਲਬ ਇਹ ਕਿ ਦਿੱਕਤ ਹੈਗੀ ਹੈ ਫਾਈਨੈਂਸ਼ੀਅਲੀ, ਜਿਹੜੇ ਨੇ ਟੁੱਟੇ ਹੋਏ ਨੇ, ਫਾਈਨੈਂਸ਼ੀਅਲੀ ਵੀਕ ਨੇ ਬਹੁਤ, ਔਰ ਇਹ ਸੋਚਣਗੇ ਦਿਮਾਗੀ ਤੌਰ ਤੇ ਵੀ ਪੈਸੇ ਹੈ ਨਹੀਂ, ਜਾ ਕੇ ਕੁਝ ਪੈਸੇ ਬਣਾਈਏ। ਕਿਉਂਕਿ ਨੋ ਡਾਊਟ ਕਿ ਜਿਹੜੇ ਅਸੀਂ ਐਕਸਪੀਰੀਅੰਸ ਤਾਂ ਸਾਡਾ, ਮੈਂ ਉੱਥੇ ਕੈਨੇਡਾ 'ਚ ਰਹਿਣਾ ਹੈਗਾ, ਘਰ ਹੈਗਾ, ਆਫਿਸਿਸ ਹੈਗੇ ਨੇ, ਬੜੀ ਦੁਨੀਆਦਾਰੀ ਉੱਥੇ ਵੀ ਦੇਖਦੇ, ਇੱਥੇ ਵੀ ਦੇਖਦੇ, ਬੜੇ ਸਾਰੇ ਵਿਜ਼ਿਟਰ ਔਰ ਸੁਪਰ ਵੀਜ਼ਾ 'ਤੇ ਜੋ ਲੋਕ ਜਿਹੜੇ ਜਾਂਦੇ ਨੇ ਉਹਨਾਂ ਨੂੰ ਵਰਕ ਕਰਨਾ ਅਲਾਊਡ ਨਹੀਂ ਹੈ। ਇਲੀਗਲ ਵਰਕ ਕਰਦੇ ਨੇ, ਉੱਥੇ ਕੰਮ ਕਰਨ ਲੱਗ ਜਾਂਦੇ ਨੇ ਕੈਸ਼ ਦੇ ਉੱਪਰ, ਔਰ ਉਹ ਇਲੀਗਲ ਹੈਗਾ, ਔਰ ਗੌਰਮੈਂਟ ਨੂੰ ਵੀ ਪਤਾ ਲੱਗਦਾ, ਕਈ ਵਾਰੀ ਉਹ ਡਿਪੋਰਟ ਕਰ ਦਿੰਦੇ ਆ, ਵਾਪਸ ਕਰ ਦਿੰਦੇ ਹੈਗੇ ਨੇ। ਸੋ ਇਹ ਜਿਹੜਾ ਹੈਗਾ ਇਹ ਇਹਨਾਂ ਚੀਜ਼ਾਂ ਤੋਂ ਅਲਾਊਡ ਨਹੀਂ ਹੈਗਾ। ਔਰ ਇਹ ਦੇਖਣਾ ਚਾਹੁੰਦੀ ਹੈ ਅੰਬੈਸੀ ਕਿ ਠੀਕ ਠਾਕ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਆ, ਉਸ ਦੇ ਵਾਸਤੇ ਬੈਂਕ ਦੇ ਵਿੱਚ ਪੁਰਾਣੇ ਫੰਡਸ ਕਿੰਨੇ ਪਏ ਨੇ, ਔਰ ਕਿਤੋਂ ਉਧਾਰ ਲੈ ਕੇ ਤਾਂ ਨਹੀਂ ਬੈਂਕ ਦੇ ਵਿੱਚ ਪਾ ਲਿੱਤੇ। ਸੋ ਤੁਸੀਂ 5 ਲੱਖ ਪਾਇਆ ਕੈਸ਼ ਅਤੇ ਇਹ ਇੱਕਦਮ ਕਿੱਥੋਂ ਆ ਗਿਆ ਤੁਹਾਡੇ ਕੋਲ। ਅਤੇ ਜੇ ਕਿਸੇ ਤੋਂ ਆਪਾਂ ਸੋਚ ਲੈਂਦੇ ਗੁਆਂਢੀ ਕੋਲੋਂ 3 ਲੱਖ ਦਾ ਚੈੱਕ ਲੈ ਲਿਆ, ਅਕਾਊਂਟ 'ਚ ਪਵਾ ਲਿਆ, ਹੁਣ ਤਾਂ ਸਾਡੇ ਅਕਾਊਂਟ 'ਚ 3 ਲੱਖ ਜਾਂ 5 ਲੱਖ 8 ਲੱਖ ਹੋ ਗਏ, ਪਰ ਉਹ ਕਿੱਥੋਂ ਆਏ? ਤੁਸੀਂ ਆਹ ਬੈਂਕ ਦੀ, ਕਿਉਂਕਿ ਬੈਂਕ ਸਟੇਟਮੈਂਟ ਨਾਲ ਲੱਗਣੀ ਹੈਗੀ ਹੈ, ਉਹਦੇ ਵਿੱਚ ਪਤਾ ਲੱਗਣਾ ਵੀ ਤੁਹਾਡੇ ਅਕਾਊਂਟ 'ਚ ਕੱਲ੍ਹ 5 ਲੱਖ ਆਇਆ ਸੀਗਾ, ਅਤੇ ਉਹ 5 ਲੱਖ ਕਿਵੇਂ ਲੈ ਲਿਆ ਹੈਗਾ, ਕਿਸ ਗੱਲ ਦੇ ਲਿੱਤੇ ਹੈਗੇ ਤੁਸੀਂ। ਸੋ ਇਹ ਜਿਹੜਾ ਸੋਰਸ ਆਫ ਫੰਡ ਜਿਹੜਾ ਇਹ ਆਇਆ, ਅਗਰ ਕੋਈ ਹੈਵੀ ਡਿਪੋਜ਼ਿਟ, ਜਿੱਦਾਂ ਹੁਣ ਇਹ 6 ਮਹੀਨੇ ਪੁਰਾਣੇ ਪਹਿਲਾਂ ਤੋਂ ਹੀ 8 ਲੱਖ ਆਪਣੇ ਅਕਾਊਂਟ 'ਚ, ਕਲਾਇੰਟ ਦੇ ਅਕਾਊਂਟ 'ਚ ਪਏ ਸੀ, ਆਪਾਂ 6 ਮਹੀਨੇ ਦੀ ਅਕਾਊਂਟ ਸਟੇਟਮੈਂਟ ਕੱਢਣੀ ਹੈ, 6 ਮਹੀਨੇ ਦੇ ਪਹਿਲਾਂ ਹੀ ਜੇ ਉਹ ਦੱਸੂਗਾ ਕਿ 6 ਮਹੀਨੇ ਤੋਂ ਪਹਿਲਾਂ ਤੋਂ ਹੀ ਇਹਨਾਂ ਦੇ ਅਕਾਊਂਟ 'ਚ 8 ਲੱਖ ਚੱਲਦੇ ਆ ਰਹੇ ਨੇ। ਸੋ ਇਹ ਸਾਰਾ ਜਿਹੜਾ ਬੈਂਕ ਸਟੇਟਮੈਂਟ ਮੈਟਰ ਕਰਦੀ, ਪੁਰਾਣੇ ਫੰਡ ਚਾਹੀਦੇ ਨੇ। ਅਤੇ ਸ਼ੁਰੂ ਤੋਂ ਹੀ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਲਵਾਉਣਾ ਹੈਗਾ ਇਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ, ਆਪਣੇ ਘਰੇ ਕੈਸ਼ ਰੱਖਣ ਦੇ ਬਜਾਏ ਆਪਣੇ ਬੈਂਕ ਦੇ ਵਿੱਚ ਇਹ ਫੰਡਸ ਦਾ ਧਿਆਨ ਰੱਖਣ। ਓਲਡ ਫੰਡਸ ਚਾਹੀਦੇ ਨੇ, ਜਿੰਨੇ ਫੰਡਸ ਜ਼ਿਆਦਾ ਹੋਣਗੇ ਉਨੀ ਆਪਣੀ ਫਾਈਲ ਜ਼ਿਆਦਾ ਵਧੀਆ ਹੋਏਗੀ, ਉਨੇ ਵੀਜ਼ਾ ਚਾਂਸਿਸ ਜ਼ਿਆਦਾ ਹੋਣਗੇ। ਔਰ ਬਾਕੀ ਜਿਹੜੇ ਦੱਸੇ ਇਨਕਮ ਦੇ, ਪ੍ਰਾਪਰਟੀ ਦੇ ਔਰ ਬੈਂਕ ਦੇ ਫੰਡਸ ਇੱਥੇ ਵੀ ਔਰ ਉੱਥੇ ਵੀ, ਜਿਹੜੇ ਉੱਥੇ ਇਨਵੀਟੇਸ਼ਨ ਹੈਗਾ ਦੋਨੇ ਕੇਸਿਸ ਵਾਸਤੇ, ਵਿਜ਼ਟਰ ਵੀਜ਼ਾ ਔਰ ਸੁਪਰ ਵੀਜ਼ਾ ਵਾਸਤੇ, ਉੱਥੇ ਜੋ ਇਨਵਾਈਟ ਕਰਦਾ ਪਿਆ ਉਸ ਦੇ ਵੀ ਬੈਂਕ ਦੇ ਫੰਡਸ ਪੁਰਾਣੇ ਔਰ ਕਿੰਨੇ ਹੈਗੇ ਨੇ ਫੰਡਸ, ਇਨਕਮ ਕਿੰਨੀ ਹੈਗੀ ਹੈ, ਪੇ ਸਟੱਬਸ ਕੀ ਸਟੇਟਸ ਹੈਗਾ, ਵਰਕ ਪਰਮਿਟ, ਸਟੱਡੀ ਪਰਮਿਟ ਜਾਂ PR ਜਾਂ ਸਿਟੀਜ਼ਨ, ਔਰ ਇਨਕਮ ਕਿੰਨੀ ਹੈਗੀ ਹੈ, ਔਰ ਪ੍ਰਾਪਰਟੀ ਅਗਰ ਹੈਗੀ ਹੈ ਤਾਂ ਉਸ ਦੇ ਪ੍ਰੂਫ ਜੀ। ਅੱਛਾ ਸਰ, ਜਿਹੜਾ ਵਿਜ਼ਿਟਰ ਵੀਜ਼ਾ ਹੁੰਦਾ ਆ, ਲਾਈਕ ਸਿਰਫ ਪੇਰੈਂਟ ਹੀ ਐਲੀਜੀਬਲ ਹੁੰਦੇ ਨੇ? ਲਾਈਕ ਕੋਈ ਸਟੱਡੀ ਕਰ ਰਿਹਾ ਉਹ ਆਪਣੇ ਭਰਾ ਨੂੰ, ਸਿਸਟਰ ਨੂੰ, ਲਾਈਕ 20-25 ਤੱਕ ਵੀ ਜਾ ਸਕਦੇ ਨੇ? ਦੇਖੋ ਬ੍ਰਦਰ ਸਿਸਟਰ ਜਿਹੜੇ ਨੇ ਨਾ, ਜਦੋਂ ਇਹ ਸਮਝ ਲਓ 40 ਤੋਂ ਅਬਵ ਦੀ ਏਜ ਜਿਹੜੀ ਹੈਗੀ ਹੈ,
ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਉੱਥੇ ਜਾ ਕੇ ਇੰਨਾ ਜ਼ਿਆਦਾ ਰਹਿਣਾ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ, ਔਰ ਜ਼ਿਆਦਾ ਚਾਂਸਿਸ ਹੈਗੇ ਕਿ ਉਹਨਾਂ ਦੀ ਸੈਟਲਮੈਂਟ ਪ੍ਰੋਪਰ ਨਹੀਂ ਹੋਏਗੀ ਔਰ ਉਹ ਦਿੱਕਤ ਹੋਏਗੀ, ਵਾਪਸ ਆਉਣ ਦੇ ਚਾਂਸ ਹੈਗੇ ਨੇ ਉਹਨਾਂ ਦੇ। ਸੋ ਉਹਦੇ ਵੀਜ਼ਾ ਚਾਂਸਿਸ ਵੱਧ ਜਾਂਦੇ ਨੇ। ਜਿੱਦਾਂ ਜਿੰਨੀ ਘੱਟ ਏਜ ਹੋਏਗੀ 15 18 20 25 ਸਾਲ, ਤੇ ਉਹਨਾਂ ਨੂੰ ਇਹ ਲੱਗੇਗਾ ਕਿ ਇਹ ਉੱਥੇ ਜਾ ਕੇ ਇਲੀਗਲੀ ਰੁਕਣ ਦੀ ਕੋਸ਼ਿਸ਼ ਕਰੇਗਾ, ਸੈਟਲ ਹੋਣ ਦੀ, ਕਿਉਂਕਿ ਉਹਨਾਂ ਦੇ ਬੱਚੇ ਦੀ ਸੈਟਲ ਹੋਣ ਦੀ ਉਮਰ ਹੈ, ਆਪਣੀ ਜਿਹਦਾ ਕਰੀਅਰ ਬਣਾਉਣ ਦੀ ਉਮਰ ਹੈ। ਤੇ ਉਹ ਜੇ ਵਿਜ਼ਟਰ ਵੀਜ਼ਾ ਤੇ ਗਿਆ ਤੇ ਬੜੇ ਤਰੀਕੇ ਨੇ ਇੱਕ ਉਹ ਅਸਾਈਲਮ ਜਿਹੜਾ ਹੈਗਾ, ਪੋਲੀਟੀਕਲ ਅਸਾਈਲਮ ਕਹਿ ਦਿੰਦੇ ਆ ਜਾਂ ਰਿਫਿਊਜੀ ਕਲੇਮ ਕਹਿ ਦਿੰਦੇ ਆ, ਉਹ ਵੀ ਲੋਕ ਕਰਦੇ ਨੇ ਕਿ ਜੀ ਸਾਨੂੰ ਆਪਣੇ ਦੇਸ਼ ਦੇ ਵਿੱਚ ਕਿਸੇ ਤੋਂ ਖਤਰਾ ਹੈਗਾ ਤੇ ਸਾਨੂੰ ਇੱਥੇ ਬਚਾਇਆ ਜਾਵੇ। ਉਹ ਉਹਨਾਂ ਦੇ ਰੂਲਸ ਦੇ ਵਿੱਚ ਫਿੱਟ ਹੁੰਦਾ ਹੈਗਾ ਵੀ ਅਗਰ ਕੋਈ ਬੰਦਾ ਇਹ ਕਹਿ ਦੇਵੇ ਕਿ ਫਾਰਮ ਬਣੇ ਨੇ, ਬਕਾਇਦਾ ਪ੍ਰੋਸੀਜਰ ਹੈਗਾ ਕਿ ਜੇ ਕਿਸੇ ਨੂੰ ਕੋਈ ਕਹਿੰਦਾ ਹੈਗਾ ਕਿ ਮੈਨੂੰ ਖਤਰਾ ਹੈ ਤੇ ਉਹਨੂੰ ਵਾਪਸ ਨਾ ਭੇਜਿਆ ਜਾਵੇ, ਰੱਖਿਆ ਜਾਵੇ ਤੇ ਉਹਦੀ ਇਹ ਦੇਖਿਆ ਜਾਵੇ ਵੀ ਵਾਕਿਆ ਉਹਨਾਂ ਦੀ ਖਤਰਾ ਹੈਗਾ, ਉਹਨਾਂ ਦਾ ਕੇਸ ਚੱਲਦਾ ਹੈਗਾ, ਸੁਣਵਾਈ ਹੁੰਦੀ ਹੈ ਔਰ ਕੋਰਟ ਦੇਖਦੀ ਹੈਗੀ ਹੈ ਕਿ ਖਤਰਾ ਹੈ ਕਿ ਨਹੀਂ ਹੈ। ਅਗਰ ਠੀਕ ਲੱਗਦਾ ਉਹਨਾਂ ਨੂੰ ਦੇ ਦਿੰਦੇ, ਉੱਥੇ ਪਰਮਾਨੈਂਟ PR ਵੀ ਦੇ ਦਿੰਦੀ ਹੈ, ਔਰ ਨਹੀਂ ਖਤਰਾ ਹੈਗਾ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈਗਾ। ਸੋ ਇਹ ਇਹੋ ਜਿਹੇ ਜਿਹੜੇ ਇਹ ਬੜੀਆਂ ਸਾਰੀਆਂ ਚੀਜ਼ਾਂ ਨੇ ਕਿ ਉਹ ਘੱਟ ਏਜ ਵਾਲੇ ਨੂੰ ਘੱਟ ਚਾਂਸਿਸ ਹੁੰਦੇ ਨੇ ਵੀਜ਼ਾ ਜੀ। ਓਕੇ ਠੀਕ ਹੈ। ਅੱਛਾ ਸਰ, ਹੁਣ ਆਪਾਂ PR ਦੀ ਗੱਲ ਕਰ ਲੈਂਦੇ ਹਾਂ। PR ਲਾਈਕ ਪਹਿਲਾਂ ਹੁੰਦਾ ਸੀਗਾ ਐਕਸਪ੍ਰੈਸ ਐਂਟਰੀ, ਇਹ ਉਹ, ਹੁਣ ਲੱਗ ਰਹੀ ਹੈ ਨੇ ਇਸ ਟਾਈਮ PR ਕਿ ਇਹ ਵੀ ਪ੍ਰੋਸੀਜਰ ਸਲੋ ਹੈ? ਨਹੀਂ, ਦੇਖੋ ਐਕਸਪ੍ਰੈਸ ਐਂਟਰੀ ਜਦੋਂ ਤੋਂ ਕਰੋਨਾ ਹੋਇਆ ਮਾਰਚ 20 ਤੋਂ ਲੈ ਕੇ ਇੰਡੀਆ ਤੋਂ ਐਕਸਪ੍ਰੈਸ ਐਂਟਰੀ ਦੇ ਵਿੱਚ PR ਦੀ ਕੋਈ ਵੀ ਫਾਈਲ ਨਹੀਂ ਚੱਕੀ ਗਈ। ਅੱਛਾ। ਔਰ ਉਹ ਜਿਹੜੇ ਉਹਨਾਂ ਦਾ ਕੋਟਾ ਹੁੰਦਾ, ਔਰ ਅੱਛੀ ਖਬਰ ਇਹ ਕਿ 22 23 24 ਦਾ 3 ਸਾਲਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਕੋਟਾ ਬਣਾਇਆ ਹੈਗਾ, ਉਹਨਾਂ ਜਿਹੜੇ ਨੰਬਰਸ ਦਾ ਕਿ ਇੰਨੇ ਪਰਸਨਸ ਨੂੰ ਉਹ ਉਹਨਾਂ ਨੇ ਦੇਣੀ ਹੈਗੀ ਆ। ਪਹਿਲਾਂ ਹੁੰਦਾ ਸੀਗਾ 3 ਲੱਖ ਦੇ ਕਰੀਬ ਲੈਣਾ ਸੀਗਾ ਉਹਨਾਂ ਨੇ ਪਰ ਈਅਰ ਦਾ, ਔਰ 3 ਸਾਲਾਂ ਦਾ 3 ਲੱਖ ਦਾ। ਇਸ ਵਕਤ ਤਕਰੀਬਨ 4.5 ਲੱਖ ਦੇ ਕਰੀਬ ਦਾ ਉਹਨਾਂ ਨੇ ਕੋਟਾ ਫਿਕਸ ਕੀਤਾ ਹੈਗਾ, ਵਧਾ ਦਿੱਤਾ ਹੈਗਾ। 22 23 24 ਦੇ ਵਿੱਚ ਜ਼ਿਆਦਾ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਕੈਨੇਡੀਅਨ ਜਿਹੜਾ ਹੈਗਾ ਸਟੇਟਸ ਦਿੱਤਾ ਜਾਏਗਾ, ਔਰ ਇਸ ਚੀਜ਼ ਨੂੰ ਦੇਖਦੇ ਹੋਏ ਗੁੱਡ ਨਿਊਜ਼ ਹੈਗੀ ਜੀ। ਜੀ ਠੀਕ ਹੈ ਜੀ। ਸੋ ਬਿਲਕੁਲ ਜੀ, PR ਵਾਲੇ ਵੀ ਹੁਣ ਤਿਆਰੀ ਖਿੱਚ ਲਓ ਜੇਕਰ ਤੁਹਾਡਾ ਬਿਲਕੁਲ। ਕੌਣ ਮੈਚ ਕੀਤਾ ਕ੍ਰਾਈਟੇਰੀਆ ਲੇਕਿਨ ਜਿਹੜੀ ਗੱਲ ਆਪਣੀ ਸੀਗੀ ਕਿ ਇਹ ਜਿਹੜੇ ਆਪਣੇ ਕੋਟੇ ਨੂੰ ਪੂਰਾ ਕਰਨ ਵਾਸਤੇ ਜਿਹੜੇ ਕਰੋਨਾ ਦੇ ਦੌਰਾਨ ਬਾਹਰੋਂ ਨਹੀਂ ਲਿੱਤੀਆਂ ਗਈਆਂ ਫਾਈਲਾਂ, ਇਹਨਾਂ ਨੇ ਜ਼ਿਆਦਾਤਰ ਪਬਲਿਕ ਪੋਲਿਸੀ, ਅਚਾਨਕ ਕੋਈ ਪੋਲਿਸੀ ਕੱਢ ਕੇ ਜਿਹੜੇ ਕੈਨੇਡਾ ਦੇ ਵਿੱਚ ਹੀ ਸੀਗੇ, ਸਟੱਡੀ ਰੀਸੈਂਟਲੀ ਕੰਪਲੀਟ ਕੀਤੀ ਸੀਗੀ, ਕੋਈ ਐਸੈਂਸ਼ੀਅਲ ਵਰਕਰ ਸੀਗੇ ਕਿਸੇ ਚੰਗੇ ਮਤਲਬ ਹੈਲਥ ਫੀਲਡ ਦੇ ਵਿੱਚ, ਉਹਨਾਂ ਨੇ ਉਸ ਕਰੋਨਾ ਦੇ ਦੌਰਾਨ ਯੋਗਦਾਨ ਦਿੱਤਾ ਸੀ, ਹੈਲਥ ਫੀਲਡ ਦੇ ਵਿੱਚ ਕੰਮ ਕਰਦੇ ਪਏ ਸੀਗੇ, ਐਸੈਂਸ਼ੀਅਲ ਵਰਕ ਕਰਦੇ ਪਏ ਸੀਗੇ, ਉਹਨਾਂ ਨੂੰ ਖਾਸ ਤੌਰ 'ਤੇ ਬੜੀ ਲੋਟਰੀ ਵਾਂਗੂ ਬੜਾ ਫਟਾਫਟ ਉਹਨਾਂ ਨੂੰ ਜਲਦੀ PR ਦਿੱਤੀ, ਤੇ ਨਾਲੇ ਉਹਨਾਂ ਨੂੰ ਉਹਨਾਂ ਦੇ ਕੰਟਰੀ ਜਿਹੜੇ ਹੈਗੇ ਸੀ ਲੋਕ ਜਿਹੜੇ ਟੈਂਪਰੇਰੀ ਰੈਜ਼ੀਡੈਂਸੀ, ਉਹਨਾਂ ਨੂੰ ਬੈਨੀਫਿਟ ਹੋ ਗਿਆ, ਨਾਲੇ ਉਹਨਾਂ ਨੇ ਫਿਰ ਉਹਨਾਂ ਦਾ ਕੋਟਾ ਜਿਹੜਾ ਪੂਰਾ ਕਰਨਾ ਸੀਗਾ ਉਹ ਹੋਇਆ। ਲੇਕਿਨ ਬਾਹਰੋਂ ਜਿਹੜਾ PR ਵਾਸਤੇ ਐਕਸਪ੍ਰੈਸ ਐਂਟਰੀ 'ਚ ਫਾਈਲਾਂ ਨਹੀਂ ਚੁੱਕੀਆਂ ਜਾਂਦੀਆਂ, ਕਿ ਦੇਖੋ ਕਦੋਂ ਚੱਕਦੇ ਨੇ ਜੀ। ਬਿਲਕੁਲ ਜੀ ਬਿਲਕੁਲ। ਅੱਛਾ ਸਰ, ਇੱਕ ਹੋਰ ਗੱਲ ਕਿ ਲਾਈਕ ਮੇਨ ਐਪਲੀਕੈਂਟ ਚਲਾ ਗਿਆ, ਸਪਾਊਸ ਨੂੰ ਬਹੁਤ ਟਾਈਮ ਲੱਗ ਰਿਹਾ। ਪਹਿਲਾਂ ਹੁੰਦਾ ਸੀਗਾ ਲਾਈਕ ਇੱਕ ਸਮੈਸਟਰ ਤੋਂ ਬਾਅਦ ਆਲਮੋਸਟ ਸਪਾਊਸ ਚਲਾ ਜਾਂਦਾ ਸੀਗਾ, ਹੁਣ ਇਹ ਕਾਫੀ ਲੰਬਾ ਪ੍ਰੋਸੀਜਰ ਹੋ ਗਿਆ, ਬਹੁਤ ਟਾਈਮ ਹੋ ਗਿਆ, ਸਪਾਊਸ ਟਰਾਈ ਕਰ ਰਿਹਾ ਪਰ ਉਹਦਾ ਵੀਜ਼ਾ ਨਹੀਂ ਲੱਗ ਰਿਹਾ, ਜਿਸ ਕਾਰਨ ਬਹੁਤ ਪਰੇਸ਼ਾਨ ਹੈ ਕਿ ਵਾਈਫ ਉੱਧਰ ਹੈ, ਹਸਬੈਂਡ ਇੱਧਰ ਹੈ, ਜਾਂ ਹਸਬੈਂਡ ਉੱਧਰ ਹੈ, ਵਾਈਫ ਇੱਥੇ ਹੈ। ਸੋ ਕਿਉਂ ਨਹੀਂ ਆ ਰਹੇ ਸਪਾਊਸ ਵੀਜ਼ਾ? ਇੰਨਾ ਲੰਬਾ ਪ੍ਰੋਸੀਜਰ ਕਿਉਂ? ਬਿਲਕੁਲ, ਦੇਖੋ ਰਮਨ ਜੀ, ਜਦੋਂ ਕਰੋਨਾ ਦਾ ਬਹੁਤ ਜ਼ਿਆਦਾ ਫਸਟ ਵੇਵ ਸੈਕੰਡ ਵੇਵ ਆਈ, ਹਾਹਾਕਾਰ ਨੀਰੀ, ਮਤਲਬ ਕਿ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਔਰ ਬਿਲਕੁਲ ਬੰਦ ਹੋ ਗਿਆ ਸੀ ਸਾਰਾ ਕੁਝ, ਔਰ ਲੋਕਡਾਊਨ ਰਹੇ ਇੰਡੀਆ ਦੇ ਵਿੱਚ ਵੀ, ਕੈਨੇਡਾ ਵਿੱਚ ਵੀ ਬੜਾ ਚਿਰ, ਔਰ ਬੜਾ ਉਸ ਟਾਈਮ 'ਤੇ ਬਹੁਤ ਹੀ ਡਰ, ਸ਼ੁਰੂ ਦੇ ਵਿੱਚ ਡਰ ਬਹੁਤ ਜ਼ਿਆਦਾ ਹੁੰਦਾ ਸੀ। ਹੌਲੀ ਥੋੜ੍ਹਾ ਜਿਹਾ ਕਰੋਨਾ ਦੀ ਮਾਰ ਘਟੀ, ਲੋਕਾਂ ਦਾ ਡਰ ਵੀ ਖੁੱਲ੍ਹ ਗਿਆ, ਅਤੇ ਪਹਿਲਾਂ ਉਸ ਮਾੜੀ ਹਾਲਤ ਦੇ ਵਿੱਚ, ਇੰਨੀ ਡਰ ਵਾਲੀ ਸਿਚੁਏਸ਼ਨ ਦੇ ਵਿੱਚ ਆਪਣੇ ਜਿਹੜੇ ਸਟਾਫ ਮੈਂਬਰ ਸੀਗੇ ਅੰਬੈਸੀ ਦੇ, ਉਹ ਵੀ ਘਟ ਗਏ ਸੀਗੇ, ਵਰਕ ਫਰੋਮ ਹੋਮ ਚੱਲਦਾ ਪਿਆ ਸੀਗਾ। ਸੋ ਉਹ ਜਿਹੜਾ ਉਸ ਟਾਈਮ 'ਤੇ ਤਾਂ ਖੈਰ ਬਹੁਤ ਟਾਈਮ ਜ਼ਿਆਦਾ ਲੱਗਿਆ, ਲੇਕਿਨ ਹੌਲੀ ਥੋੜ੍ਹਾ ਜਿਹਾ ਘਟਦਾ ਤਾਂ ਪਿਆ ਹੈਗਾ, ਲੇਕਿਨ ਸਟਿਲ ਸਪਾਊਸ ਦੇ ਜਿਹੜੇ ਕੇਸਿਸ ਨੂੰ ਟਾਈਮ ਲੱਗਦਾ ਪਿਆ ਹੈਗਾ, ਔਰ 6 ਮਹੀਨੇ 8 ਮਹੀਨੇ 10 ਮਹੀਨੇ ਇੰਨਾ ਕੁ ਟਾਈਮ ਜਿਹੜਾ ਹੈ ਲੱਗਦਾ ਪਿਆ, ਲੇਕਿਨ ਲੱਗਦੇ ਪਏ ਨੇ ਵੀਜ਼ਾ, ਲੱਗਦੇ ਪਏ ਨੇ। ਔਰ ਇੱਕ ਸਮੈਸਟਰ ਦੀ ਤੁਸੀਂ ਗੱਲ ਕੀਤੀ, ਉਹ ਨਹੀਂ, ਜਿੱਦਾਂ ਹੀ ਉੱਥੇ ਜਾ ਕੇ ਸਟੱਡੀ ਵੀਜ਼ਾ 'ਤੇ ਸਟੂਡੈਂਟ ਸ਼ੁਰੂ ਕਰਦਾ ਪੜ੍ਹਾਈ, ਨਾਲ ਦੇ ਨਾਲ ਉਹਨਾਂ ਨੂੰ ਲਾ ਦੇਣੀ ਚਾਹੀਦੀ ਆਪਣੀ ਫਾਈਲ। ਬੈਟਰ ਹੈਗਾ ਕਿ ਸਟੱਡੀ, ਜਿਨ੍ਹਾਂ ਦੀ ਇੰਟੈਂਸ਼ਨ ਹੈ ਵਿਆਹ ਕਰਕੇ ਜਾਂਦੇ ਪਏ ਨੇ, ਔਰ ਉਹ ਉੱਥੇ ਜਾਂਦੇ ਨਾ, ਇੱਥੇ ਹੀ ਫਾਈਲ ਤਿਆਰ ਕਰਕੇ ਜਾਣ, ਔਰ ਉੱਥੇ ਜਾਂਦੇ ਨਾਲ ਹੀ ਆਪਣੀ ਫਾਈਲ ਅੰਬੈਸੀ ਵਿੱਚ ਲਾ ਸਕਦੇ ਨੇ ਕਿ ਮੈਂ ਇੱਥੇ ਆ ਕੇ ਪੜ੍ਹਨ ਲੱਗ ਗਈ ਹਾਂ। ਕਾਲਜ ਤੋਂ ਐਨਰੋਲਮੈਂਟ ਲੈਟਰ ਲੈਣਾ ਹੁੰਦਾ ਵੀ, ਇੱਕ ਬੱਚੇ ਨੇ ਕਲਾਸਾਂ ਸ਼ੁਰੂ ਕਰ ਲਈਆਂ ਹੈਗੀਆਂ, ਅਤੇ ਉਹ ਨਾਲ ਲਾ ਕੇ ਫਾਈਲ ਆਲਰੇਡੀ ਤਿਆਰ ਹੋਵੇ ਤੇ ਲਗਾ ਦੇਣੀ ਚਾਹੀਦੀ। ਅੱਛਾ, ਉਹ ਜੇ ਸ਼ੁਰੂ ਦੇ ਵਿੱਚ ਲਾ ਦਾਂਗੇ ਉਹੀ ਕਿ
4 ਮਹੀਨੇ 6 ਮਹੀਨੇ 8 ਮਹੀਨੇ ਵੀ ਹੋਪ ਕਿ ਜਿੱਦਾਂ ਜਿੱਦਾਂ ਕਰੋਨਾ ਦਾ ਹੁਣ ਪ੍ਰਕੋਪ ਘਟੇ ਤੇ ਜਿਹੜੀ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਵੀ ਘਟੇਗਾ, ਲੇਕਿਨ ਸਕਸੈਸ ਰੇਟ ਚੰਗਾ ਹੈਗਾ, ਲੱਗਦੇ ਪਏ ਨੇ ਵੀਜ਼ਾ। ਲੇਕਿਨ ਇੱਕ ਖਾਸ ਹੋਰ ਮੇਰੇ ਵੱਲੋਂ ਇੰਸਟਰਕਸ਼ਨ ਐਡਵਾਈਸ ਸਪਾਊਸ ਵੀਜ਼ਾ ਵਾਲਿਆਂ ਨੂੰ ਕਿ ਇਹ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਮੈਂ ਦੱਸਿਆ ਸੀਗਾ, ਇਹ ਇਹਨਾਂ ਦੇ ਵਾਂਗੂ ਆ ਜਾਂਦੇ ਕਿ ਇਹ ਕਾਗਜ਼ ਪਏ ਨੇ ਜੀ ਫਟਾਫਟ ਮੇਰੀ ਫਾਈਲ ਲਗਾ ਦਿਓ, ਇਹ ਇੱਦਾਂ ਨਹੀਂ। ਇਹਨਾਂ ਦੇ ਖਾਸ ਤੌਰ 'ਤੇ ਸਪਾਊਸ ਜਿਹੜੇ ਇੰਡੀਆ ਜਾਂ ਕਿ ਬਾਹਰੋਂ ਜਾਣੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਇਨਕਮ ਸ਼ੋ ਕਰਨੀ ਹੁੰਦੀ ਹੈ, ਕੰਮ ਕੀ ਕਰਦੇ ਪਏ ਨੇ, ਇਨਕਮ ਕੀ ਹੈਗੀ ਆ, ਔਰ ਖਾਸ ਤੌਰ 'ਤੇ ਫੰਡਸ ਜਿਹੜੇ ਨੇ ਉਹ ਪੁਰਾਣੇ ਚਾਹੀਦੇ ਨੇ ਬੈਂਕਸ ਦੇ ਵਿੱਚ। ਅਚਾਨਕ ਹੁੰਦੇ ਨੇ ਕਿ ਜੀ ਬੈਂਕ ਦੇ ਵਿੱਚ ਫੰਡਸ ਹੈ ਨਹੀਂ, ਮੈਂ ਸਾਡੀ ਫਾਈਲ ਲਾ ਦਿਓ। ਸਾਡੀ ਫੀਸ ਦਾ ਇਕੱਲਾ ਮਸਲਾ ਨਹੀਂ ਹੈ, ਇਹ ਨਹੀਂ ਕਿ ਤੁਹਾਡੇ ਕੋਲ ਪੈਸੇ ਲੈ ਲਏ, ਫੀਸ ਲੈ ਲਈ, ਫਟਾਫਟ ਫਾਈਲ ਲਾਤੀ। ਜੇ ਕੱਲ੍ਹ ਨੂੰ ਰਿਫਿਊਜ਼ ਹੀ ਹੋਊਗੀ ਤਾਂ ਉਹਦਾ ਨਾ ਸਾਨੂੰ ਫਿਰ ਚੰਗਾ ਲੱਗਦਾ ਹੈਗਾ, ਨਾ ਤੁਹਾਡਾ ਫਾਇਦਾ ਹੋਇਆ। ਬਿਲਕੁਲ। ਅਤੇ ਉਹ ਫਿਰ ਉਸ ਚੀਜ਼ ਦਾ ਧਿਆਨ ਰੱਖ ਕੇ ਮੇਰੀ ਹਦਾਇਤ ਕਿ ਜਿੱਦਾਂ ਹੀ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਜੀ ਸਪਾਊਸ ਵੀਜ਼ਾ 'ਤੇ ਜਾਣਾ ਹੈਗਾ ਜਾਂ ਮੈਂ ਆਪਣੇ ਸਪਾਊਸ ਨੂੰ ਬੁਲਾਉਣਾ, ਇਮੀਡੀਏਟਲੀ ਪੇ ਐਂਡ ਹਾਇਰ ਦ ਸਰਵਿਸਿਜ਼ ਆਫ ਯੂਰ ਕੰਸਲਟੈਂਟ। ਵਧੀਆ ਜਿਹਾ ਕੰਸਲਟੈਂਟ ਚੁਣੋ, ਫੀਸ ਦਿਓ ਅਤੇ ਫਟਾਫਟ ਹਾਇਰ ਕਰਕੇ ਆਪਣੀ ਫਾਈਲ ਸ਼ੁਰੂ ਤੋਂ ਹੀ ਜਿੰਨੀ ਛੇਤੀ ਹੋ ਸਕੇ ਬਣਵਾਉਣੀ ਸ਼ੁਰੂ ਕਰ ਦਿਓ, ਤਾਂ ਕਿ ਟਾਈਮ ਸਿਰ ਤੁਹਾਨੂੰ ਗਾਈਡੈਂਸ ਦਈਏ। ਕੈਸ਼ ਘਰੇ ਰੱਖਣ ਦੇ ਬਜਾਏ ਤੁਹਾਡੇ ਬੈਂਕ 'ਚ ਪਿਆ ਹੋਵੇ, 6 ਮਹੀਨੇ ਪੁਰਾਣਾ ਹੋਵੇ, ਤੇ ਵੀਜ਼ਾ ਚਾਂਸਿਸ ਵਧਣਗੇ ਜੀ। ਬਿਲਕੁਲ ਜੀ, ਬਿਲਕੁਲ। ਸੋ ਇੱਕ ਤਰੀਕੇ ਦੇ ਨਾਲ, ਇੱਕ ਚੰਗੇ ਪ੍ਰੋਫਾਈਲ ਦੇ ਨਾਲ, ਇੱਕ ਚੰਗੇ ਕੰਸਲਟੈਂਟ ਦੇ ਨਾਲ ਜੇਕਰ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋਗੇ ਤਾਂ ਜ਼ਰੂਰ ਤੁਹਾਡੇ ਡ੍ਰੀਮਸ ਪੂਰੇ ਹੋਣਗੇ ਭਾਈ। ਬਾਈ ਚਾਂਸ ਰਿਫਿਊਜ਼ਲ ਆ ਵੀ ਜਾਂਦੀ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਰੀ ਅਪਲਾਈ ਕਰੋ, ਜੋ ਕਮੀ ਪਹਿਲਾਂ ਰਹਿ ਗਈ ਉਸ ਨੂੰ ਪੂਰਾ ਕਰੋ। ਬਾਕੀ ਸਰ ਨੇ ਗੁੱਡ ਨਿਊਜ਼ ਦਿੱਤੀ ਹੈ ਜੀ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਵੀ ਹੁਣ ਲੱਗ ਰਹੇ ਨੇ, ਪਰ ਉਹੀ ਹੈ ਜੋ ਐਲੀਜੀਬਲ ਹੈਗਾ ਆ। ਸੋ ਥੈਂਕ ਯੂ ਸੋ ਮਚ ਸਰ। ਵੈਲਕਮ, ਸਤਿ ਸ਼੍ਰੀ ਅਕਾਲ, ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ। ਤੇ ਪਾਇਨੀਅਰ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਇੱਦਾਂ ਦੇ ਸਟੂਡੈਂਟਸ ਜਿਨ੍ਹਾਂ ਨੇ ਵੀਜ਼ਾ ਹਾਸਿਲ ਕੀਤਾ, ਉਹਨਾਂ ਦਾ ਡ੍ਰੀਮ ਪੂਰਾ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸੋ ਗੱਲਬਾਤ ਤੁਹਾਨੂੰ ਸੁਣਾਵਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਤੇ ਤੁਸੀਂ ਵੀ ਬਹੁਤ ਜਲਦ ਜਿਹੜਾ ਆ ਆਪਣੀ ਡ੍ਰੀਮ ਡੈਸਟੀਨੇਸ਼ਨ 'ਤੇ ਜਾ ਸਕਦੇ ਹੋ। ਪਾਇਨੀਅਰ ਇਮੀਗ੍ਰੇਸ਼ਨ ਦੇ ਨੰਬਰ ਆ ਕੇ ਨੇ ਜੀ, ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਰਹੇ ਨੇ। ਹੋਰ ਕੋਈ ਜਾਣਕਾਰੀ ਚਾਹੀਦੀ ਹੈ, ਇਹਨਾਂ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ। ਪਾਇਨੀਅਰ ਇਮੀਗ੍ਰੇਸ਼ਨ ਦਾ YouTube 'ਤੇ ਸਰਚ ਮਾਰੋਗੇ ਤਾਂ ਵੀ ਤੁਹਾਨੂੰ ਟਾਈਮ ਟੂ ਟਾਈਮ ਸਾਰੀਆਂ ਅਪਡੇਟਸ ਮਿਲਦੀਆਂ ਰਹਿਣਗੀਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਅਮਨ, ਮੈਂ ਨੂਰ ਮਹਿਲ ਤੋਂ, ਐਂਡ ਮੈਂ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਸੀ BBA GN ਯੂਨੀਵਰਸਿਟੀ ਤੋਂ, ਐਂਡ ਮੈਨੂੰ ਕੈਨੇਡਾ ਵੀਜ਼ਾ ਲੈਣਾ ਸੀਗਾ ਤੇ ਮੈਂ ਪਾਇਨੀਅਰ ਇਮੀਗ੍ਰੇਸ਼ਨ ਜਲੰਧਰ ਵਿਜ਼ਿਟ ਕੀਤਾ। ਇੱਥੇ ਮੈਂ ਰਵੀ ਸਰ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਵਿਦਿਨ 1 ਮੰਥ ਮੇਰਾ ਆਫਰ ਲੈਟਰ ਆ ਗਿਆ ਸੀਗਾ ਤੇ ਮੈਨੂੰ ਐਡਮਿਸ਼ਨ ਮੈਂ ਲੈਂਟਨ ਕਾਲਜ ਐਂਡ ਮੇਰਾ ਕੋਰਸ ਬਿਜ਼ਨਸ ਮੈਨੇਜਮੈਂਟ ਹਿਊਮਨ ਰਿਸੋਰਸਿਸ ਹੈ ਤੇ ਮੇਰਾ ਜਨਵਰੀ ਇਨਟੇਕ ਹੈ 2022 ਐਂਡ ਅੱਜ ਮੇਰਾ ਵੀਜ਼ਾ ਆ ਗਿਆ ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਮੈਂ ਥੈਂਕ ਯੂ ਕਰਦਾ ਹਾਂ ਪੂਰੇ ਸਟਾਫ ਦਾ ਐਂਡ ਰਵੀ ਸਰ ਦਾ ਤੇ ਮੈਨੂੰ ਵੀਜ਼ਾ ਮਿਲਿਆ। ਥੈਂਕ ਯੂ। My name is Aditya Agarwal. I completed my class 12 in 2021 and after that I decided to visit Pioneer Immigration's Chandigarh office where I met Ravi sir. He guided me a lot and seeing my educational background, he suggested me to take Bachelor of Science in Computing Science program at the King's University, Edmonton. So after that I gave my IELTS exam and scored an overall 8 bands in it, which also helped me to get offer letter easily. After that, I lodged my file and finally I got my visa and I am very happy now and I want to thank Ravi sir a lot for helping and guiding me through my journey. So my name is Diksha Mehta. So मैंने अभी recently अपनी that I completed my bachelor's in commerce. मैंने अपनी BCom किया from SD College. After that उसके बाद मैंने अपना कनाडा जाने का थोड़ा प्लान सोचा। सो अब मैं कोई अच्छा सा एजेंट ढूंढ रही थी तो वन ऑफ माई क्लोजेस्ट रिलेटिव मुझे सजेस्ट किया कि आई शुड कंसल्ट विद द पायनियर इमिग्रेशन। सो ऑन देयर बिहाफ मैं यहाँ पे आई पायनियर इमिग्रेशन एंड देन आई कंसल्टेड विद रवि गर्ग सर। So they suggested me one of the best college of Canada, that is Sault College, and they suggested me the course that is Global Business Management. After that हमने अपने ऑफर लेटर के लिए अप्लाई किया। उसके बाद हमारा विदिन 1 मंथ मेरा ऑफर लेटर आ गया। आफ्टर दैट हमने अपने सारे रिक्वायरमेंट्स पूरे किए एंड आफ्टर ऑल दैट स्टेप्स आज मैंने अपना वीज़ा दैट इज़ कैनेडियन वीज़ा फॉर माई स्टडी परमिट मैंने रिसीव किया है। सो थैंक यू टू दैट कंसल्टेंट। मैं सबको यही कहना चाहूँगी कि वंस दे शुड विजिट पायनियर इमिग्रेशन, देयर सर्विसेज आर वेरी गुड। थैंक यू। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ
ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369।